Hello students, welcome back to my YouTube channel. So let's start next topic of unit 3rd, motion of a charged particle inside the electric field. So बच्ची इस आर्टिकल ਦੇ ਅੰਦਰ ਅਸੀਂ ਕੀ ਕਰਨ ਜਾ ਰਹੇ ਹਾਂ, ਮੈਂ ਇਲੈਕਟ੍ਰਿਕ ਫੀਲਡ ਦੇ ਅੰਦਰ ਅਸੀਂ ਕਿਸੇ ਚਾਰਜ ਪਾਰਟੀਕਲ ਨੂੰ ਰੱਖਣ ਲੱਗੇ ਹਾਂ। ਠੀਕ ਹੈ, ਸੋ ਸਭ ਤੋਂ ਪਹਿਲਾਂ ਬੱਚੇ ਇਹਨੂੰ ਸਮਝਣ ਦੇ ਲਈ ਆ ਬੇਸਿਕ ਡਾਇਗਰਾਮ ਸਮਝੋ ਕਿ ਅਸੀਂ ਕੀ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਬੱਚੇ ਤੁਹਾਡੇ ਤੋਂ ਦੋ ਪਲੇਟਸ ਹੋਣੀਆਂ ਚਾਹੀਦੀਆਂ। ਠੀਕ ਹੈ, ਮੈਂ ਫਰਸਟ ਡਾਇਗਰਾਮ ਐਕਸਪਲੇਨ ਕਰ ਰਹੀ ਹਾਂ। ਇੱਕ ਪਲੇਟ ਪੋਜ਼ਿਟਿਵਲੀ ਚਾਰਜ ਹੈ ਔਰ ਸੈਕੰਡ ਪਲੇਟ ਨੈਗੇਟਿਵਲੀ ਚਾਰਜ ਹੈ। ਠੀਕ ਹੈ ਜੀ, ਸੋ ਅਸੀਂ ਕੀ ਕੀਤਾ, ਕੋਈ ਚਾਰਜ ਪਾਰਟੀਕਲ ਇੱਥੇ ਰੱਖ ਰਹੇ ਹਾਂ। ਜਿੱਦਾਂ ਹੀ ਅਸੀਂ ਚਾਰਜ ਪਾਰਟੀਕਲ ਰੱਖਿਆ ਬੱਚੇ, ਚਾਰਜ ਪਾਰਟੀਕਲ ਮੀਨਸ ਇਟ ਮੇ ਬੀ ਪੋਜ਼ਿਟਿਵ, ਇਟ ਮੇ ਬੀ ਨੈਗੇਟਿਵ। ਸੋ ਇਹ ਕੋਈ ਵੀ ਚਾਰਜ ਪਾਰਟੀਕਲ ਹੋ ਸਕਦਾ ਆ। ਠੀਕ ਹੈ, ਸੋ ਕਿਸੇ ਨਾ ਕਿਸੇ ਪਲੇਟ ਵੱਲ ਅਟਰੈਕਟ ਹੋਏਗਾ। ਸੋ ਸੈਕੰਡ ਡਾਇਗਰਾਮ ਤੇ ਆਓ ਕਿ ਉਹ ਕਿਸ ਤਰੀਕੇ ਨਾਲ ਅਟਰੈਕਟ ਹੋਏਗਾ। ਬੱਚੇ ਪਲੇਟ ਉੱਪਰ ਵਾਲੀ ਨੈਗੇਟਿਵ ਵੀ ਲੈ ਸਕਦੇ ਆ, ਨੀਚੇ ਵਾਲੇ ਪੋਜ਼ਿਟਿਵ ਵੀ ਲੈ ਸਕਦੇ ਆ। ਠੀਕ ਹੈ, ਇਹ ਤੁਹਾਡੀ ਮਰਜ਼ੀ ਹੁੰਦੀ ਹੈ, ਕੋਈ ਸਟੈਂਡਰਡ ਨਹੀਂ ਆ ਕਿ ਉੱਪਰ ਵਾਲੀ ਪਲੇਟ ਪੋਜ਼ਿਟਿਵ ਹੀ ਲੈਣੀ ਆ। ਸੋ ਤੁਹਾਡੀ ਬੁੱਕ ਦੇ ਅਕੋਰਡਿੰਗਲੀ ਬੱਚੇ ਵੈਸੇ ਉੱਪਰ ਵਾਲੀ ਪਲੇਟ ਪੋਜ਼ਿਟਿਵ ਬਣੀ ਹੋਈ ਆ, ਬਟ ਇਟਸ ਨਾਟ ਕੰਪਲਸਰੀ ਕਿ ਤੁਸੀਂ ਪਲੇਟਸ ਇਸ ਤਰੀਕੇ ਨਾਲ ਹੀ ਲੈਣੀਆਂ। ਤੁਸੀਂ ਕੋਈ ਵੀ ਪਲੇਟ ਲੈ ਸਕਦੇ ਆ ਤੇ ਕੋਈ ਵੀ ਚਾਰਜ ਪਾਰਟੀਕਲ ਲੈ ਸਕਦੇ ਆ। ਠੀਕ ਹੈ ਜੀ, ਸੋ ਹੁਣ ਸੈਕੰਡ ਡਾਇਗਰਾਮ ਦੇਖੋ, ਇਸ ਕਰਕੇ ਮੈਂ ਇੱਥੇ ਨੈਗੇਟਿਵ ਪਲੇਟ ਜਿਹੜੀ ਆ ਉੱਪਰ ਲੈ ਲਈ, ਕਿਉਂਕਿ ਤੁਸੀਂ ਕੋਈ ਵੀ ਲੈ ਸਕਦੇ ਆ। ਹੁਣ ਦੇਖੋ ਨੈਗੇਟਿਵ ਪਲੇਟ ਉੱਪਰ ਹੈ ਔਰ ਪੋਜ਼ਿਟਿਵ ਪਲੇਟ ਨੀਚੇ ਆ। ਅਸੀਂ ਕੀ ਕੀਤਾ, ਚਾਰਜ ਪਾਰਟੀਕਲ ਦੋਨੋਂ ਰੱਖ ਦਿੱਤੇ, ਪੋਜ਼ਿਟਿਵ ਵੀ ਔਰ ਨੈਗੇਟਿਵ ਵੀ। ਠੀਕ ਹੈ, ਹੁਣ ਜਿਹੜੇ ਬੱਚੇ ਸੇਮ ਚਾਰਜ ਆ, ਜਿੱਦਾਂ ਨੈਗੇਟਿਵ ਚਾਰਜ ਆ, ਧਿਆਨ ਨਾਲ ਆਹ ਵਾਲੀ ਡਾਇਗਰਾਮ ਦੇਖੋ। ਜਿੱਦਾਂ ਹੀ ਅਸੀਂ ਇਲੈਕਟ੍ਰਿਕ ਫੀਲਡ ਔਨ ਕੀਤੀ, ਸਾਨੂੰ ਪਤਾ ਕਿ ਜਿਹੜੀ ਇਲੈਕਟ੍ਰਿਕ ਫੀਲਡ ਆ ਉਹ ਆਲਵੇਜ਼ ਪੋਜ਼ਿਟਿਵ ਟੂ ਨੈਗੇਟਿਵ ਵੱਲ ਮੂਵ ਕਰਦੀ ਆ। ਕੌਣ? ਇਲੈਕਟ੍ਰਿਕ ਫੀਲਡ। ਆਹ ਕਨਸੈਪਟ ਆਪਣੇ ਦਿਮਾਗ ਦੇ ਵਿੱਚ ਰੱਖਣਾ, ਇਲੈਕਟ੍ਰਿਕ ਫੀਲਡ ਆਲਵੇਜ਼ ਪੋਜ਼ਿਟਿਵ ਟੂ ਨੈਗੇਟਿਵ ਮੂਵ ਕਰਦੀ ਆ। ਠੀਕ ਹੈ, ਇਹਦਾ ਮਤਲਬ ਇਲੈਕਟ੍ਰਿਕ ਫੀਲਡ ਲਾਈਨਸ ਧਿਆਨ ਨਾਲ ਦੇਖੋ ਬੱਚੇ, ਪੋਜ਼ਿਟਿਵ ਟੂ ਨੈਗੇਟਿਵ ਵੱਲ ਅਸੀਂ ਡਾਇਰੈਕਸ਼ਨ ਬਣਾਈ ਹੋਈ ਆ। ਇਹਦਾ ਮਤਲਬ ਪੋਜ਼ਿਟਿਵ ਟੂ ਨੈਗੇਟਿਵ ਵੱਲ ਮੂਵ ਕਰ ਰਿਹਾ। ਹੁਣ ਜਿਹੜੇ ਅੰਦਰ ਵਾਲੇ ਚਾਰਜ ਪਾਰਟੀਕਲ ਆ ਉਹ ਕਿੱਧਰ ਨੂੰ ਜਾਣਗੇ। ਹੁਣ ਧਿਆਨ ਨਾਲ ਦੇਖੋ ਬੱਚੇ, ਜਿਹੜਾ ਨੈਗੇਟਿਵ ਆ, ਨੈਗੇਟਿਵ ਪਲੇਟ ਨੇ ਨੈਗੇਟਿਵ ਚਾਰਜ ਨੂੰ ਧੱਕਾ ਮਾਰਨਾ, ਰਿਪੈਲ ਕਰਨਾ। ਇਹਦਾ ਮਤਲਬ ਉਹ ਆਪਣੇ ਕੋਲ ਨਹੀਂ ਰੱਖਣਾ ਚਾਹੁੰਦਾ, ਇਹਨੂੰ ਧੱਕਾ ਮਾਰ ਕੇ ਨੀਚੇ ਨੂੰ ਭੇਜ ਰਿਹਾ। ਧਿਆਨ ਨਾਲ ਸੈਕੰਡ ਡਾਇਗਰਾਮ ਦੇਖੋ, ਆਹ ਸੀ ਨੈਗੇਟਿਵ ਚਾਰਜ ਪਾਰਟੀਕਲ, ਨੈਗੇਟਿਵ ਪਲੇਟ ਨੇ ਨੈਗੇਟਿਵ ਚਾਰਜ ਨੂੰ ਧੱਕਾ ਮਾਰਿਆ ਤਾਂ ਨੀਚੇ ਨੂੰ ਚਲਾ ਗਿਆ। ਸਿਮਿਲਰਲੀ ਪੋਜ਼ਿਟਿਵ ਪਲੇਟ ਨੇ, ਆ ਰਹੀ ਤੁਹਾਡੀ ਪੋਜ਼ਿਟਿਵ ਪਲੇਟ, ਪੋਜ਼ਿਟਿਵ ਪਲੇਟ ਨੇ ਪੋਜ਼ਿਟਿਵ ਚਾਰਜ ਨੂੰ ਧੱਕਾ ਮਾਰਿਆ ਤੇ ਚਲਾ ਗਿਆ ਉੱਪਰ ਵੱਲ ਨੂੰ। ਠੀਕ ਹੈ, ਇਹਦਾ ਮਤਲਬ ਨੈਗੇਟਿਵ ਨੇ ਨੈਗੇਟਿਵ ਨੂੰ ਰਿਪੈਲ ਕੀਤਾ ਔਰ ਪੋਜ਼ਿਟਿਵ ਪਲੇਟ ਨੇ ਪੋਜ਼ਿਟਿਵ ਚਾਰਜ ਨੂੰ ਰਿਪੈਲ ਕੀਤਾ। ਕਲੀਅਰ ਹੋ ਗਈ ਬੱਚੇ, ਤੁਹਾਡਾ ਕਰਵਡ ਪਾਥ ਕਿਸ ਤਰੀਕੇ ਨਾਲ ਬਣ ਰਿਹਾ ਆ। ਜਿਹੜਾ ਅਸੀਂ ਆਰਟੀਕਲ ਕਰਨ ਜਾ ਰਹੇ ਉਹਦੇ ਵਿੱਚ ਬੱਚੇ ਐਕਚੁਅਲੀ ਕਰਵਡ ਪਾਥ ਬਣਦਾ, ਤਾਂ ਬੱਚੇ ਆਲਵੇਜ਼ ਪੁੱਛਦੇ ਮੈਮ ਕਰਵਡ ਪਾਥ ਕਿਸ ਤਰੀਕੇ ਨਾਲ ਬਣਦਾ। ਸੋ ਆਲਵੇਜ਼ ਯਾਦ ਰੱਖਣਾ ਕਿ ਕਰਵਡ ਪਾਥ ਕਿੱਦਾਂ ਬਣੇਗਾ। ਜਿਹੜੀ ਵੀ ਤੁਸੀਂ ਪਲੇਟ ਲਿੱਤੀ ਆ ਔਰ ਜਿਹੜਾ ਵੀ ਤੁਸੀਂ ਚਾਰਜ ਲਿੱਤਾ, ਅਗਰ ਨੈਗੇਟਿਵ ਚਾਰਜ ਲੈ ਰਹੇ ਆ, ਨੈਗੇਟਿਵ ਨੂੰ ਰਿਪੈਲ ਕਰੇਗਾ ਤਾਂ ਨੀਚੇ ਨੂੰ ਆ ਜਾਏਗਾ। ਅਗਰ ਤੁਸੀਂ ਇੱਥੇ ਪੋਜ਼ਿਟਿਵ ਚਾਰਜ ਲੈ ਰਹੇ ਆ ਤਾਂ ਤੁਹਾਡਾ ਜਿਹੜਾ ਆ ਚਾਰਜ ਉੱਪਰ ਨੂੰ ਚਲਾ ਜਾਏਗਾ। ਠੀਕ ਹੈ ਜੀ, ਸੋ ਧਿਆਨ ਨਾਲ ਦੇਖੋ, ਜਿਹੜਾ ਤੁਹਾਡਾ ਮੇਨ ਆਰਟੀਕਲ ਆ ਉਹਦੇ ਵਿੱਚ ਅਸੀਂ ਪੋਜ਼ਿਟਿਵ ਚਾਰਜ, ਸੋ ਫਸਟ ਡਾਇਗਰਾਮ ਤੋਂ ਸਮਝ ਲਓ। ਪੋਜ਼ਿਟਿਵ ਮੰਨ ਲਓ ਤੁਸੀਂ, ਇੱਥੇ ਐਕਸ ਐਕਸਿਸ ਬਣਾ ਲਓ। ਸਭ ਤੋਂ ਪਹਿਲਾਂ ਸੈਂਟਰ 'ਚ ਆਪਣਾ ਸਕੇਅਰ ਰੱਖੋ ਤੇ ਇੱਥੇ ਐਕਸ ਐਕਸਿਸ ਬਣਾ ਲਓ। ਜਿੱਦਾਂ ਹੀ ਤੁਸੀਂ ਚਾਰਜ ਪਾਰਟੀਕਲ ਇੱਥੇ ਰੱਖਦੇ ਆ ਬੱਚੇ, ਮੰਨ ਲਓ ਕਿ ਇਹ ਕੀ, ਅਸੀਂ ਨੈਗੇਟਿਵ ਚਾਰਜ ਪਾਰਟੀਕਲ ਲੈ ਰਹੇ ਆ, ਇਹਦਾ ਮਤਲਬ ਨੈਗੇਟਿਵ ਪਲੇਟ ਨੇ ਨੈਗੇਟਿਵ ਨੂੰ ਰਿਪੈਲ ਕਰਨਾ, ਸੋ ਉੱਪਰ ਵੱਲ ਨੂੰ ਜਾਏਗਾ। ਬੱਚੇ ਇੱਥੋਂ ਲੈ ਕੇ ਜਦੋਂ ਤੱਕ ਪਲੇਟ ਦੇ ਅੰਦਰ ਆ ਤਾਂ ਉਹ ਕਰਵਡ ਪਾਥ ਕਵਰ ਕਰਦਾ। ਇਸ ਚੀਜ਼ ਦਾ ਧਿਆਨ ਰੱਖ ਲਓ, ਆਪਣੀ ਕਾਪੀ ਤੇ ਵੱਡਾ ਵੱਡਾ ਕਰਕੇ ਲਿਖ ਲਓ, ਇਹ ਕਰਵਡ ਪਾਥ ਮੂਵ ਕਰਦਾ ਆ, ਕਵਰ ਕਰਦਾ। ਜਿੱਦਾਂ ਹੀ ਇਲੈਕਟ੍ਰਿਕ ਫੀਲਡ ਤੋਂ ਬਾਹਰ ਆ ਜਾਏਗਾ, ਬਿਲਕੁਲ ਸਟ੍ਰੇਟ ਜਿਹੜਾ ਹੈ ਤੁਸੀਂ ਸਕੇਅਰ ਰੱਖਣਾ, ਬਿਲਕੁਲ ਸਿੱਧੀ ਲਾਈਨ ਲਗਾ ਦੇਣੀ ਆ ਤੇ ਉਹ ਸਟ੍ਰੇਟ ਪਾਥ ਫੋਲੋ ਕਰਦਾ ਆ। ਕਲੀਅਰ ਹੋ ਗਈ ਬੱਚਿਆਂ, ਦੋ ਚੀਜ਼ ਦਾ ਧਿਆਨ ਰੱਖਣਾ, ਜਦੋਂ ਤੱਕ ਪਲੇਟਸ ਦੇ ਅੰਦਰ ਆ ਚਾਰਜ ਪਾਰਟੀਕਲ ਤਾਂ ਉਹ ਕਰਵਡ ਪਾਥ ਕਵਰ ਕਰਦਾ, ਜਿੱਦਾਂ ਹੀ ਇਲੈਕਟ੍ਰਿਕ ਫੀਲਡ ਤੋਂ ਬਾਹਰ ਚਲਾ ਜਾਏਗਾ ਉਹ ਸਟ੍ਰੇਟ ਪਾਥ ਮੂਵ ਕਰੇਗਾ। ਕਲੀਅਰ ਹੋ ਗਈ ਬੱਚੇ ਆ ਚੀਜ਼। ਆਲਵੇਜ਼ ਬੱਚੇ ਕਿੱਦਾਂ ਡਾਇਗਰਾਮ ਬਣਾਉਂਦੇ ਆ ਕਿ ਆਹ ਲੈ ਲਈ ਪੋਜ਼ਿਟਿਵ ਪਲੇਟ, ਆਹ ਲੈ ਲਈ ਨੈਗੇਟਿਵ ਪਲੇਟ, ਸੈਂਟਰ 'ਚ ਐਕਸ ਐਕਸਿਸ ਔਰ ਇਹਦੇ ਬਿਲਕੁਲ ਨਾਲ ਇੱਦਾਂ ਕਰਕੇ ਬਾਅਦ ਵਿੱਚ ਇਹਨੂੰ ਕਰਵ ਕਰਦੇ। ਬੱਚੇ ਬਿਲਕੁਲ ਨਾਲ ਮੂਵ ਨਹੀਂ ਕਰ ਸਕਦਾ, ਇਸ ਚੀਜ਼ ਦਾ ਧਿਆਨ ਰੱਖਣਾ। ਬਿਲਕੁਲ ਨਾਲ ਜਿਹੜਾ ਆ ਚਾਰਜ ਪਾਰਟੀਕਲ ਮੂਵ ਨਹੀਂ ਕਰ ਸਕਦੇ। ਇਹਦਾ ਮਤਲਬ ਇਲੈਕਟ੍ਰਿਕ ਤੇ ਪੋਜ਼ਿਟਿਵ ਨੈਗੇਟਿਵ ਚਾਰਜ ਦਾ ਕੋਈ ਇਫੈਕਟ ਹੀ ਨਹੀਂ ਪੈ ਰਿਹਾ ਇੰਨੇ ਕੁ ਪਾਥ ਦੇ ਉੱਪਰ। ਇੱਥੇ ਹੀ ਤੁਹਾਡੀ ਡਾਇਗਰਾਮ ਗਲਤ ਹੋ ਜਾਂਦੀ ਆ। ਸੋ ਇਸ ਚੀਜ਼ ਦਾ ਧਿਆਨ ਰੱਖਣਾ, ਬੇਸਿਕ ਚੀਜ਼ ਆ। ਜਿੱਦਾਂ ਹੀ ਚਾਰਜ ਪਾਰਟੀਕਲ ਇੱਥੋਂ ਸਟਾਰਟ ਹੋਏਗਾ, ਹੌਲੀ ਉੱਪਰ ਵੱਲ ਨੂੰ ਐਕਸ ਐਕਸਿਸ ਤੋਂ ਉੱਪਰ ਵੱਲ ਨੂੰ ਉੱਠਣਾ ਸਟਾਰਟ ਹੋ ਜਾਂਦਾ ਆ। ਠੀਕ ਹੈ, ਸੋ ਮੇਨ ਗਲਤੀ ਆ ਤੁਹਾਡੇ ਡਾਇਗਰਾਮ ਦੇ ਅੰਦਰ।
सो एक्सपीरियंस के नाल बोल रही हाँ बच्चे, ध्यान नाल डायग्राम बनाना। सो लेट्स स्टार्ट विद नेक्स्ट आर्टिकल, मोशन ऑफ चार्ज पार्टिकल इनसाइड द इलैक्ट्रिक फील्ड। सो बच्चे हुण असीं इनसाइड द इलैक्ट्रिक फील्ड आर्टिकल स्टार्ट करन जा रहे हैं। सब तो पहला तो थियोरी लिखो। थियोरी दे विच की लिखोगे, लेट अ पॉजिटिव चार्ज पार्टिकल हैविंग चार्ज Q, असी मान लिया कि कोई पॉजिटिव चार्ज ले रहे हैं जिहदा चार्ज कितना Q एंड मास M, जिहदा मास कितना है M, मूविंग विद वेलोसिटी V अलोंग OS। सब तो पहला एक डायग्राम ड्रॉ कर लो बच्चे, ठीक है। सो असी किहड़ा चार्ज ले रहे हैं, पॉजिटिव, क्योंकि असी कंसीडर की किता पॉजिटिव चार्ज हैविंग चार्ज Q, इत्थे चार्ज कितना आ Q और इहदा भार कितना आ स्मॉल m विद वेलोसिटी v ओ मूव कर रहा है किहदे अलोंग OS दे अलोंग आ रहा बच्चे OS, ठीक है। सो दिस इज S, सो ਇਹਦਾ मतलब x एक्सिस ਦੇ ਅਲੋਂਗ मूव कर रहा, ਤੁਸੀਂ ਅਲੋਂग x एक्सिस भी लिख सकते हैं। जे OS नहीं लिखना तो अलोंग x एक्सिस भी लिख सकते हैं। ड्यू टू द एक्शन ऑफ इलैक्ट्रिक फील्ड करके द पाथ ऑफ चार्ज पार्टिकल नो लॉन्गर रिमेन्स स्ट्रेट। ध्यान नाल लाइन पढ़ लो कि जिहड़ा आ इलैक्ट्रिक फील्ड दे करके जिहड़ा तुहाडा चार्ज पार्टिकल आ स्ट्रेट जिहड़ी लाइन आ पाथ फॉलो नहीं कर पांदा। इलैक्ट्रिक फील्ड दे अंदर किद्दां दा पाथ फॉलो करदा है, कर्व्ड पाथ। इज दैट क्लियर? सो कर्व्ड पाथ फॉलो करेगा। नेक्स्ट देखो, इट कवर्स हॉरिजोंटल डिस्टेंस x एंड अ वर्टिकल डिस्टेंस y। सो इत्थों लैके इत्थे तक जिहड़ा उन्हें डिस्टेंस कवर किया दैट इज x एक्सिस, x डिस्टेंस, और जिद्दां ही इलैक्ट्रिक फील्ड तो बाहर निकलिया तो उन्हें छोटा जिहा कवर डिस्टेंस कवर किया विच इज y, ठीक है जी। सो उन्हें दो डिस्टेंस कवर किए, एक x और एक y, ठीक है। नेक्स्ट पढ़ो, व्हेन इट कम्स आउट ऑफ E मतलब इलैक्ट्रिक फील्ड, तुसी बच्चे पूरा लिखना, मैं स्मॉल ही पाता, ठीक है। व्हेन इट कम्स आउट ऑफ इलैक्ट्रिक फील्ड इट कवर्स स्ट्रेट पाथ। तां आ वाली लाइन चों नहीं किद्दां दा पाथ कवर करना, स्ट्रेट। आ किद्दां दा आ, कर्व्ड, ठीक है। सो बेसिक चीज़ आ बच्चे बार बार बोल रही हैं कि जिद्दां ही इलैक्ट्रिक फील्ड तो बाहर जाएगा स्ट्रेट होएगा, इलैक्ट्रिक फील्ड दे अंदर कर्व्ड पाथ होएगा। सो फिर भी बच्चे जिहड़े आ डायग्राम गलत बनाते हैं, फिर जो उत्ते क्रॉस किया जाता तो फिर तुसीं बार बार पुछदे आ मैम क्रॉस क्यों किया इत्थे। सो ध्यान नाल ये चीज़ समझ लो, ठीक है। हुण बच्चे असीं इहदी एक्स एक्सिस जिहड़ी असीं प्लेट्स लेतियां, दो प्लेट्स लेतियां, उहदी कोई ना कोई चार्ज देवांगे। अगर आप पॉजिटिव चार्ज ले रहे हैं इट मीनस नीचे वाली की प्लेट होएगी पॉजिटिव, क्योंकि पॉजिटिव नूं की करदा, रिपैल करदा। सो धक्का मारेगा तो उपर वाली की होएगी नैगेटिव प्लेट। क्लीयर हो गई आ चीज़? पॉजिटिव नूं धक्का मारदा, इस करके आह हौली जी उपर नूं चल जाएगा जिन्हें कर्व्ड पाथ मूव करना, ठीक है। सो नेक्स्ट देखो, फोर्स ऑन अ चार्ज अलोंग OX इज 0। देखो OX एक्सिस मतलब x एक्सिस दे अलोंग जिहड़ी फोर्स आ कितनी लैनी आ तुसी, 0। x एक्सिस दे अलोंग फोर्स कितनी आ तुहाडी, 0। सो इट्स वेलोसिटी रिमेन्स v इन OX डायरेक्शन। सो इहदी जिहड़ी वेलोसिटी आ v ही रहेगी, फाइनल वेलोसिटी v ही रहेगी। टाइम टेकन बाय द चार्ज पार्टिकल टू कंप्लीट द हॉरिजॉन्टल डिस्टेंस OQ, ठीक है। O तो लेके Q तक जिहड़ा उन्हें डिस्टेंस कवर किया, इस पॉइंट नूं Q मान लो, O तो लेके Q तक उन्हें जिहड़ा डिस्टेंस कवर किया वो कितना किया बच्चे। डिस्टेंस का फॉर्मूला की हुंदा, डिस्टेंस इज इक्वल टू वेलोसिटी ओवर टाइम, ठीक है। इत्थों टाइम निकाल लो, टाइम किहदे इक्वल आएगा, v डिवाइडेड बाय d, ठीक है। +1 का कॉन्सैप्ट है बच्चे, डिस्टेंस इज इक्वल टू वेलोसिटी ओवर टाइम। सो टाइम किहदे इक्वल आएगा, वेलोसिटी डिवाइडेड बाय, सॉरी बच्चे लिखन च मिस्टेक कर रही हैं, वेलोसिटी इज इक्वल टू डिस्टेंस ओवर टाइम, ठीक है। लिखन च मिस्टेक की है, वेलोसिटी इज इक्वल टू डिस्टेंस ओवर टाइम, +1 का कॉन्सैप्ट आ। सो सानू इत्थे की चाहिए, टाइम। सो टी उपर ले जाओ, सो टी कितना आएगा, डिस्टेंस डिवाइडेड बाय वेलोसिटी। क्लीयर हो गया? हुण तुसी अपनी कॉपी के उपर आ कुछ नहीं लिखना, ये तुहानू समझाउण दे लई सी, सिर्फ तुसी टी लिखना आ। वी नो डिस्टेंस उन्हें कितना कवर किया, t इज इक्वल टू टी कितना सी, डिस्टेंस कितना, डिस्टेंस उन्हें कवर किया x। सो असीं लिखिया x डिवाइडेड बाय वेलोसिटी। वेलोसिटी नूं असीं v दे नाल ही लिख रहे हैं, तुसी कॉपी ते सिर्फ इन्ना ही लिखना है, इस तो पहला वाला जस्ट समझाउण दे लई सी। क्लीयर हो गया बच्चे? याद रखना वेलोसिटी की है, डिस्टेंस ओवर टाइम। सो सानू की चाहिए है, टाइम। सो टाइम कितना आ जाएगा, डिस्टेंस डिवाइडेड बाय वेलोसिटी, ठीक है। डिस्टेंस कितना कवर किया x और वेलोसिटी कितनी है v,
ठीक है जी। सो नेक्स्ट देखो, along vertical distance OY initial velocity is 0। x axis ਦੇ along ਤਾਂ ਕੋਈ ਨਾ ਕੋਈ ਬੱਚੇ ਨੇ ਮੂਵ ਕੀਤਾ ਹੀ ਆ। ਸੋ ਉੱਥੇ ਅਸੀਂ x ਜਿਹੜਾ ਟਾਈਮ ਆ ਪਤਾ ਕਰ ਲਿਆ। ਸੋ ਨੈਕਸਟ ਕੀ ਸੀ ਤੁਹਾਡਾ ਕਿ OY ਦੇ along ਉਹਨੇ ਕਿੰਨਾ distance cover ਕੀਤਾ ਇਨੀਸ਼ੀਅਲੀ। OY ਤਾਂ ਕੋਈ ਹੈ ਹੀ ਨਹੀਂ, ਸੋ ਇਨੀਸ਼ੀਅਲ velocity ਕਿੰਨੀ ਹੋਗੀ 0। ਠੀਕ ਹੈ ਜੀ। ਨੈਕਸਟ ਦੇਖੋ, ਡਿਊ ਟੂ ਇਲੈਕਟ੍ਰਿਕ ਫੀਲਡ ਚਾਰਜ ਐਕਸਪੀਰੀਅੰਸ ਆਫ ਫੋਰਸ। ਜਿੱਦਾਂ ਹੀ ਅਸੀਂ ਕੀ ਆ ਇੱਥੇ ਪੋਜ਼ਿਟਿਵ ਚਾਰਜ ਸੀ, ਜਿੱਦਾਂ ਹੀ ਅਸੀਂ ਇਹਨੂੰ ਇਲੈਕਟ੍ਰਿਕ ਫੀਲਡ ਦਵਾਂਗੇ ਕੋਈ ਨਾ ਕੋਈ ਫੋਰਸ ਐਕਸਪੀਰੀਅੰਸ ਕੀਤੀ ਜਾਏਗੀ। ਸੋ ਕਿੰਨੀ ਫੋਰਸ ਹੋਏਗੀ, F ਇਜ਼ ਇਕੁਅਲ ਟੂ QE। ਠੀਕ ਹੈ। ਸੋ ਬੱਚੇ ਤੁਸੀਂ ਇਲੈਕਟ੍ਰਿਕ ਫੀਲਡ ਦਾ ਜਿਹੜਾ ਫਾਰਮੂਲਾ ਆ ਉਹ ਫਸਟ ਯੂਨਿਟ ਦੇ ਵਿੱਚ ਕਰ ਚੁੱਕੇ ਆ, ਫੋਰਸ ਡਿਵਾਈਡਡ ਬਾਈ ਚਾਰਜ ਫਸਟ ਯੂਨਿਟ 'ਚ ਕੀਤਾ ਹੋਇਆ ਤੁਸੀਂ। ਸੋ ਉੱਥੋਂ ਅਸੀਂ ਫੋਰਸ ਨਿਕਾਲ ਲਿਆ, ਫੋਰਸ ਕਿਹਦੇ ਇਕੁਅਲ ਆ ਗਿਆ QE ਦੇ। ਠੀਕ ਹੈ, ਜਾਂ EQ ਜਾਂ QE। ਸੋ QE ਲਿਖਣ 'ਚ ਸੋਹਣਾ ਲੱਗਦਾ, ਸੋ QE ਲਿਖ ਲੈਂਦੇ ਆ। ਠੀਕ ਹੈ, QE। ਠੀਕ ਹੈ। ਸੋ ਆ ਕਿਹਦੇ ਅਲੋਂਗ ਫੋਰਸ ਆਈ ਆ, OY ਦੇ, ਇੱਥੋਂ ਲੈ ਕੇ ਇੱਥੇ ਤੱਕ ਦਾ। ਠੀਕ ਹੈ, ਇੰਨੀ ਫੋਰਸ ਆਈ ਆ। ਸੋ ਅਕੋਰਡਿੰਗ ਟੂ ਨਿਊਟਨਸ ਲਾਅ ਜਾਂ ਸਾਨੂੰ ਪਤਾ ਆ ਕਿ ਫੋਰਸ ਕਿਹਦੀ ਹੁੰਦੀ ਇਕੁਅਲ ਹੁੰਦੀ ਆ, ਮਾਸ ਇਨਟੂ ਐਕਸਲਰੇਸ਼ਨ। ਠੀਕ ਹੈ, ਇਹ ਵੀ ਅਸੀਂ +1 'ਚ ਕਨਸੈਪਟ ਕੀਤਾ ਹੋਇਆ। ਸੋ F ਦੀ ਜਗ੍ਹਾ ਤੇ ਅਸੀਂ ਕੀ ਪੁੱਟ ਕਰ ਦਿੱਤਾ, MA। ਸੋ ਇੱਥੋਂ ਐਕਸਲਰੇਸ਼ਨ ਨਿਕਾਲ ਲਓ ਬੱਚੇ, ਐਕਸਲਰੇਸ਼ਨ ਕਿੰਨੀ ਆਊਗੀ, QE ਡਿਵਾਈਡਡ ਬਾਈ M। ਠੀਕ ਹੈ, ਇਹ ਤੁਹਾਡੀ ਐਕਸਲਰੇਸ਼ਨ ਆ ਗਈ। ਸੋ ਦਿਸ ਇਜ਼ ਇਕੁਏਸ਼ਨ ਨੰਬਰ 2। ਨਾਓ distance covered by the charged particle along y। ਹੁਣ y ਐਕਸਿਸ ਦੇ along ਉਹਨੇ ਕਿੰਨਾ distance cover ਕੀਤਾ ਸੀ ਇਹ ਪਤਾ ਕਰਨਾ। ਸੋ ਬੱਚੇ +1 'ਚ ਤੁਸੀਂ ਕਨਸੈਪਟ ਕੀਤਾ S is equals to UT plus half AT square। ਯਾਦ ਆ ਤੁਹਾਨੂੰ +1 ਦਾ ਕਨਸੈਪਟ? ਅਗਰ ਯਾਦ ਆ ਤਾਂ ਬੱਚੇ ਇਹੀ ਫਾਰਮੂਲਾ ਅਸੀਂ ਯੂਜ਼ ਕਰਨ ਲੱਗੇ, ਕਿਉਂਕਿ ਅਸੀਂ y ਐਕਸਿਸ ਦੀ ਗੱਲ ਕੀਤੀ ਆ ਤਾਂ S ਦੀ ਜਗ੍ਹਾ ਤੇ ਕੀ ਆ ਜਾਏਗਾ y, U ਦੀ ਜਗ੍ਹਾ ਤੇ UT plus half AT square। ਠੀਕ ਹੈ ਜੀ। ਸੋ y ਦੀ ਜਗ੍ਹਾ ਤੇ y ਲਿਖਿਆ ਰਹਿਣ ਦੋ। ਇਨੀਸ਼ੀਅਲ ਵੈਲੋਸਿਟੀ ਆਪਾਂ ਹੁਣੇ ਪੜ੍ਹ ਕੇ ਹਟੇ ਆ ਕਿ 0 ਹੁੰਦੀ ਆ। ਠੀਕ ਹੈ, ਹਾਫ ਦੀ ਜਗ੍ਹਾ ਤੇ ਹਾਫ, a ਦੀ ਜਗ੍ਹਾ ਤੇ ਆਪਾਂ ਇਕੁਏਸ਼ਨ ਨੰਬਰ 2 ਯੂਜ਼ ਕਰ ਰਹੇ ਹਾਂ, QE ਡਿਵਾਈਡਡ ਬਾਈ M। ਔਰ t ਦੀ ਜਗ੍ਹਾ ਤੇ ਬੱਚੇ ਅਸੀਂ t ਦਾ ਫਾਰਮੂਲਾ ਇਕੁਏਸ਼ਨ ਨੰਬਰ 1 ਦੇ ਵਿੱਚ ਸੋਲਵ ਕੀਤਾ ਸੀ। ਸੋ t ਦੀ ਵੈਲਿਊ ਪੁੱਟ ਕਰ ਦਿਓ x ਡਿਵਾਈਡਡ ਬਾਈ v ਦਾ ਹੋਲ ਸਕੁਅਰ। ਠੀਕ ਹੈ, ਇਕੁਏਸ਼ਨ ਨੰਬਰ 1 ਤੋਂ ਲਿੱਤਾ। ਸੋ ਤੁਸੀਂ ਇੱਥੇ ਲਿਖ ਵੀ ਸਕਦੇ ਆ ਯੂਜ਼ਿੰਗ ਇਕੁਏਸ਼ਨ ਨੰਬਰ 1 ਐਂਡ 2। ਸੋ ਕੁਝ ਬੱਚਿਆਂ ਦੇ ਦਿਮਾਗ 'ਚ ਆਉਂਦਾ ਮੈਮ ਇੱਥੇ t ਦੀ ਵੈਲਿਊ ਕਿਉਂ ਨਹੀਂ ਪੁੱਟ ਕੀਤੀ, ਕਰ ਦਿਓ ਪੁੱਟ, ਨੋ ਪ੍ਰੋਬਲਮ। ਜੇ ਤੁਸੀਂ ਪੁੱਟ ਕਰ ਵੀ ਦਿੰਦੇ ਆ ਤਾਂ 0 ਨਾਲ ਜਦੋਂ ਆਪਾਂ ਬੱਚੇ ਮਲਟੀਪਲਾਈ ਕਰਾਂਗੇ ਤਾਂ ਵੀ ਗੈਟ 0 ਆਨਸਰ। ਸੋ ਪੁੱਟ ਕਰਨਾ ਤਾਂ ਵੀ ਠੀਕ ਹੈ, ਨਹੀਂ ਪੁੱਟ ਕਰ ਦਿੱਤਾ ਤਾਂ ਵੀ ਠੀਕ ਹੈ। ਸੋ ਇਹਦਾ ਮਤਲਬ ਆਹ ਸਾਰੀ ਟਰਮ, ਫਸਟ ਟਰਮ ਤਾਂ ਸਾਰੀ 0 ਹੋ ਗਈ, ਇਹਦਾ ਮਤਲਬ ਇਹ ਖਤਮ ਹੋ ਗਈ। ਸੋ ਰਹਿ ਕੀ ਗਿਆ ਇਕੱਲਾ ਹਾਫ QE ਡਿਵਾਈਡਡ ਬਾਈ M। ਜਦੋਂ ਸਕੁਅਰ ਹੋਏਗਾ ਤਾਂ ਕੀ ਹੋਏਗਾ, x ਸਕੁਅਰ ਡਿਵਾਈਡਡ ਬਾਈ v ਸਕੁਅਰ। ਠੀਕ ਹੈ ਜੀ, ਇਸ ਤਰੀਕੇ ਨਾਲ ਆ ਗਿਆ। ਸੋ ਹੁਣ ਦੇਖੋ ਸਾਰੀ ਦੀ ਸਾਰੀ ਟਰਮ ਕੀ ਆ ਗਈ, y is equals to half QE divided by M x square divided by v square। ਆਹੀ ਇਕੁਏਸ਼ਨ ਆਈ ਸੀ। ਹੁਣ ਧਿਆਨ ਨਾਲ ਦੇਖੋ ਬੱਚੇ, 1/2 ਕੀ ਆ, ਕੌਨਸਟੈਂਟ ਟਰਮ। ਚਾਰਜ ਇੱਕ ਵਾਰੀ ਜਿੰਨਾ ਤੁਸੀਂ ਲੈ ਲਿਓ ਦੁਬਾਰਾ ਚੇਂਜ ਨਹੀਂ ਹੋਏਗਾ, ਇਹਦਾ ਮਤਲਬ ਦਿਸ ਇਜ਼ ਆਲਸੋ ਕੌਨਸਟੈਂਟ। ਇਲੈਕਟ੍ਰਿਕ ਫੀਲਡ ਜਿਹੜੀਆਂ ਅਸੀਂ 2 ਪਲੇਟਸ ਲਗਾਈਆਂ ਆ, ਪੋਜ਼ਿਟਿਵ ਤੇ ਨੈਗੇਟਿਵ, ਇੱਕ ਵਾਰੀ ਜਿਹੜੀ ਤੁਸੀਂ ਇਲੈਕਟ੍ਰਿਕ ਫੀਲਡ ਇਹਨੂੰ ਦੇਣੀ ਸਟਾਰਟ ਕਰ ਦਿੱਤੀ ਬੱਚੇ, ਇਲੈਕਟ੍ਰਿਕ ਫੀਲਡ ਵੀ ਕੌਨਸਟੈਂਟ, ਇਹਦਾ ਮਤਲਬ ਇਹ ਵੀ ਕੌਨਸਟੈਂਟ। ਮਾਸ ਆਫ ਚਾਰਜ ਪਾਰਟੀਕਲ, ਇੱਕ ਵਾਰੀ ਜਿਹੜਾ ਤੁਸੀਂ ਚਾਰਜ ਪਾਰਟੀਕਲ ਲੈ ਲਿਆ ਉਹਦਾ ਸਾਈਜ਼, ਸ਼ੇਪ, ਮਾਸ ਸਾਰਾ ਕੁਝ ਕੌਨਸਟੈਂਟ ਰਹੇਗਾ, ਇਹਦਾ ਮਤਲਬ ਇਹ ਵੀ ਟਰਮ ਕੌਨਸਟੈਂਟ। ਰਹਿ ਕੀ ਗਿਆ x। x ਕੀ ਆ, ਜਦੋਂ ਬੱਚੇ ਇਲੈਕਟ੍ਰਿਕ ਫੀਲਡ ਇੱਥੋਂ ਸਟਾਰਟ ਹੋਇਆ ਤਾਂ x ਇੰਨਾ ਸੀ, ਹੌਲੀ ਹੌਲੀ ਮੂਵ ਕੀਤਾ ਇੱਥੇ ਆ ਗਿਆ, ਫਿਰ ਮੂਵ ਕੀਤਾ ਇੱਥੇ ਆ ਗਿਆ, ਫਿਰ ਮੂਵ ਕੀਤਾ ਇੱਥੇ ਆ ਗਿਆ। ਇਹਦਾ ਮਤਲਬ ਕੰਟੀਨਿਊਸਲੀ ਜਿਹੜਾ ਪਾਥ ਆ ਉਹ ਚੇਂਜ ਹੋ ਰਿਹਾ। ਠੀਕ ਹੈ, x ਕੀ ਆ ਤੁਹਾਡਾ ਬਾਰ-ਬਾਰ ਚੇਂਜ ਹੋ ਰਿਹਾ। ਵੈਲੋਸਿਟੀ ਵੀ ਇਨਸਾਈਡ ਇਲੈਕਟ੍ਰਿਕ ਫੀਲਡ ਇੱਕੋ ਜੀ ਰਹੇਗੀ, ਤਾਂ ਜਿੱਦਾਂ ਹੀ ਬਾਹਰ ਜਾਏਗਾ ਤਾਂ ਉਹ ਇੱਕੋ ਜੀ ਰਹੇਗੀ। ਮਤਲਬ ਇਸ ਪਲੇਟ ਦੇ ਅੰਦਰ ਅੰਦਰ ਤੁਹਾਡੀ ਇਲੈਕਟ੍ਰਿਕ ਫੀਲਡ ਕੌਨਸਟੈਂਟ ਰਹੇਗੀ। ਠੀਕ ਹੈ, ਇਹਦਾ ਮਤਲਬ ਜਿਹੜੀ ਬਲੈਕ ਵਾਲੀ ਆਪਾਂ ਰਾਊਂਡ ਕੀਤੀ, ਇਹਦਾ ਮਤਲਬ ਇਹ ਸਾਰੀਆਂ ਟਰਮ ਤਾਂ ਕੌਨਸਟੈਂਟ ਆ। ਸੋ ਕੌਨਸਟੈਂਟ ਨੂੰ ਅਸੀਂ ਕਾਹਦੇ ਨਾਲ ਲਿਖ ਰਹੇ ਹਾਂ, ਡਾਇਰੈਕਟਲੀ ਪ੍ਰੋਪੋਰਸ਼ਨਲ। y is directly proportional to x ਚੇਂਜ ਹੋ ਰਿਹਾ, ਸੋ ਵੇਰੀਏਬਲ ਆ, ਸੋ ਇਹਨੂੰ ਐਸ ਸੱਚ ਲਿਖਿਆ ਰਹਿਣ ਦਿਓ। ਠੀਕ ਹੈ, ਇਨ ਦ ਨੈਕਸਟ ਸਟੈਪ ਡਾਇਰੈਕਟਲੀ ਪ੍ਰੋਪੋਰਸ਼ਨ ਦਾ ਸਾਈਨ ਹਟਾ ਦਿਓ, ਸਾਡਾ ਆ ਜਾਏਗਾ k is a constant of proportionality, kx square। so this equation is known as parabolic equation। ਬੱਚਿਆ ਲਾਈਨ ਉੱਪਰ ਪ੍ਰਿੰਟ ਹੋਗੀ, ਉੱਪਰ ਨਹੀਂ ਆਣੀ, ਆ ਲਾਈਨ ਇੱਥੇ ਆਏਗੀ। this is a parabolic equation so that path covered by is parabola। ਪੈਰਾਬੋਲਾ ਕੀ ਚੀਜ਼ ਹੁੰਦੀ ਆ ਬੱਚੇ, ਪੈਰਾਬੋਲਾ ਤੁਸੀਂ ਮੈਥਸ ਦੇ ਵਿੱਚ ਪੜੋਗੇ ਜਦੋਂ ਕਰਵਡ ਪਾਥ ਫੋਲੋ ਹੁੰਦਾ ਆ। ਠੀਕ ਹੈ, ਜਦੋਂ
इस तरीके का पाथ फॉलो होंदा या इदां या इस तरीके नाल जदों कर्वड पाथ इत्थे भी कर्वड ही हो रहा है थोड़ी जी जिहड़ी तुहाडी लाइन आ की आ कर्वड आ ठीक है मान लो आ तुहाडी एक्स एक्सिस आ तो तुहाडा जिहड़ा चार्ज पार्टिकल आ वो इस तरीके का हुंदा कर्वड हुंदा ठीक है कर्वड पाथ फॉलो करता है इस करके इनू कह दिंदे आ कि यह पैराबोलिक आ ਇਹਦਾ ਪਾਥ ਜੋ ਆ ਪੈਰਾਬੋਲਿਕ ਆ ਬੱਚੇ ਆਰਟੀਕਲ ਅੱਛੀ ਤਰੀਕੇ ਨਾਲ ਕਲੀਅਰ ਹੋ ਗਿਆ ਅਗਰ ਕਿਤੇ ਵੀ ਤੁਹਾਨੂੰ ਕੋਈ ਮੈਥਮੈਟੀਕਲ ਪੋਰਸ਼ਨ ਦੀ ਪ੍ਰੋਬਲਮ ਹੋਵੇ ਕੁਝ ਨਾ ਸਮਝ ਲੱਗਿਆ ਹੋਵੇ ਤਾਂ ਤੁਸੀਂ ਪੁੱਛ ਸਕਦੇ ਆ ਥੈਂਕ ਯੂ ਸੋ ਮਚ